प्यारे विद्यार्थियों, इस वीडियो ਵਿੱਚ ਅਸੀਂ ਚਰਚਾ ਕਰਾਂਗੇ ਕਿ ਭਾਰਤ ਦੀ ਸੰਵਿਧਾਨ ਸਭਾ ਦਾ ਗਠਨ ਕਿਸ ਤਰ੍ਹਾਂ ਹੋਇਆ ਅਤੇ ਇਸ ਸਭਾ ਨੇ ਸੰਵਿਧਾਨ ਬਣਾਉਣ ਦੀ ਪ੍ਰਕਿਰਿਆ ਕਿਸ ਤਰ੍ਹਾਂ ਮੁਕੰਮਲ ਕੀਤੀ। ਸੰਵਿਧਾਨ ਸਭਾ ਲਈ ਚੋਣਾਂ ਜੁਲਾਈ 1946 ਵਿੱਚ ਮੰਤਰੀ ਮੰਡਲ ਯੋਜਨਾ ਤਹਿਤ ਕਰਵਾਈਆਂ ਗਈਆਂ। ਮੰਤਰੀ ਮੰਡਲ ਯੋਜਨਾ ਵਿੱਚ ਵਿਵਸਥਾ ਸੀ ਕਿ ਬਰਤਾਨਵੀ ਭਾਰਤ ਦੇ ਪ੍ਰਾਂਤਾਂ ਦੀਆਂ 292 ਸੀਟਾਂ ਵਿੱਚੋਂ 210 ਸੀਟਾਂ ਜਨਰਲ ਕੈਟਾਗਰੀ ਲਈ ਹੋਣਗੀਆਂ, 78 ਸੀਟਾਂ ਮੁਸਲਿਮ ਵਰਗ ਲਈ ਹੋਣਗੀਆਂ ਤੇ ਬਾਕੀ 4 ਸੀਟਾਂ ਸਿੱਖ ਵਰਗ ਲਈ ਹੋਣਗੀਆਂ। ਚੋਣ ਨਤੀਜਿਆਂ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਨਰਲ ਸੀਟਾਂ ਤੇ ਕਾਂਗਰਸ ਨੂੰ ਭਾਰੀ ਸਮਰਥਨ ਹੈ, ਇਸ ਲਈ 210 ਵਿੱਚੋਂ 199 ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ। ਮੁਸਲਿਮ ਵਰਗ ਦੀਆਂ 78 ਵਿੱਚੋਂ 73 ਸੀਟਾਂ ਮੁਸਲਿਮ ਲੀਗ ਪਾਰਟੀ ਨੇ ਜਿੱਤੀਆਂ ਤੇ ਇਸ ਪਾਸਿਓਂ ਕਾਂਗਰਸ ਨੂੰ ਸਿਰਫ 3 ਸੀਟਾਂ ਹੀ ਮਿਲ ਸਕੀਆਂ। ਚੋਣ ਨਤੀਜਿਆਂ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਕਾਂਗਰਸ ਪਾਰਟੀ ਨੂੰ ਸੰਵਿਧਾਨ ਸਭਾ ਵਿੱਚ ਭਾਰੀ ਬਹੁਮਤ ਮਿਲੇਗਾ ਅਤੇ ਜੋ ਮੁਸਲਿਮ ਸੀਟਾਂ ਨੇ ਉਹਨਾਂ ਤੇ ਕਾਂਗਰਸ ਨਾਲੋਂ ਜ਼ਿਆਦਾ ਹੋਲਡ ਹੈ ਜੋ ਉਹ ਮੁਸਲਿਮ ਲੀਗ ਪਾਰਟੀ ਦਾ ਹੈ। ਇਹ ਦੋਵੇਂ ਗੱਲਾਂ ਨੇ ਜੋ ਚੋਣ ਨਤੀਜਿਆਂ ਤੋਂ ਬਾਅਦ ਸਪਸ਼ਟ ਹੋ ਗਈਆਂ। ਕਾਂਗਰਸ ਦੇ ਭਾਰੀ ਬਹੁਮਤ ਨੂੰ ਵੇਖਦੇ ਹੋਏ ਮੁਸਲਿਮ ਲੀਗ ਪਾਰਟੀ ਨੇ ਸੰਵਿਧਾਨ ਸਭਾ ਦਾ ਬਾਈਕਾਟ ਕਰ ਦਿੱਤਾ ਅਤੇ ਮੰਤਰੀ ਮੰਡਲ ਯੋਜਨਾ ਨੂੰ ਦਿੱਤੀ ਆਪਣੀ ਪ੍ਰਵਾਨਗੀ ਵੀ ਵਾਪਸ ਲੈ ਲਈ। ਕਾਫੀ ਸਮਾਂ ਇਹ ਉਮੀਦ ਰੱਖੀ ਗਈ ਕਿ ਮੁਸਲਿਮ ਲੀਗ ਆਪਣੀ ਪਾਕਿਸਤਾਨ ਦੀ ਮੰਗ ਛੱਡ ਕੇ ਸੰਵਿਧਾਨ ਸਭਾ ਵਿੱਚ ਸ਼ਾਮਲ ਹੋਵੇਗੀ। ਇਸ ਲਈ ਸ਼ੁਰੂਆਤੀ ਦੌਰ ਵਿੱਚ ਸੰਵਿਧਾਨ ਨਿਰਮਾਣ ਦਾ ਕੰਮ ਬੜਾ ਹੌਲੀ-ਹੌਲੀ ਸ਼ੁਰੂ ਕੀਤਾ ਗਿਆ। ਸੰਵਿਧਾਨ ਸਭਾ ਦਾ ਪਹਿਲਾ ਸਮਾਗਮ 9 ਤੋਂ 23 ਦਸੰਬਰ ਤੱਕ 1946 ਨੂੰ ਹੋਇਆ। ਇਸ ਸਮਾਗਮ ਦੌਰਾਨ 11 ਦਸੰਬਰ ਨੂੰ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਸੰਵਿਧਾਨ ਸਭਾ ਦਾ ਸਭਾਪਤੀ ਚੁਣਿਆ ਗਿਆ। 13 ਦਸੰਬਰ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਬਜੈਕਟਿਵ ਰੈਜ਼ੋਲੂਸ਼ਨ ਉਦੇਸ਼ ਪ੍ਰਸਤਾਵ ਸੰਵਿਧਾਨ ਸਭਾ ਅੱਗੇ ਰੱਖਿਆ। ਇਹ ਡਾਕੂਮੈਂਟ ਬਹੁਤ ਇੰਪੋਰਟੈਂਟ ਸੀ ਕਿਉਂਕਿ ਇਸ ਨੇ ਸੰਵਿਧਾਨ ਸਭਾ ਲਈ ਇੱਕ ਡਾਇਰੈਕਸ਼ਨ ਤੈਅ ਕਰਨੀ ਸੀ ਕਿ ਸੰਵਿਧਾਨ ਸਭਾ ਕਿਸ ਤਰ੍ਹਾਂ ਦਾ ਸੰਵਿਧਾਨ ਬਣਾਉਣ ਜਾ ਰਹੀ ਹੈ, ਕਿਸ ਤਰ੍ਹਾਂ ਦੀ ਰਾਜਨੀਤਿਕ ਪ੍ਰਣਾਲੀ ਨਵੇਂ ਸੰਵਿਧਾਨ ਅਧੀਨ ਕ੍ਰੀਏਟ ਕੀਤੀ ਜਾਵੇਗੀ। ਸੰਵਿਧਾਨ ਸਭਾ ਦਾ ਦੂਸਰਾ ਸਮਾਗਮ 20 ਜਨਵਰੀ ਤੋਂ 27 ਜਨਵਰੀ 1947 ਤੱਕ ਚੱਲਿਆ। ਇਸ ਸਮਾਗਮ ਦੌਰਾਨ ਉਦੇਸ਼ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਅਤੇ ਸੰਵਿਧਾਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਮੇਟੀਆਂ ਦਾ ਗਠਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਪਹਿਲੀ ਸਟੇਜ ਵਿੱਚ ਕੁਝ ਕਮੇਟੀਆਂ ਬਣਾਈਆਂ ਗਈਆਂ: ਸਟੀਅਰਿੰਗ ਕਮੇਟੀ, ਕਮੇਟੀ ਔਨ ਆਰਡਰ ਆਫ ਬਿਜ਼ਨਸ, ਐਡਵਾਈਜ਼ਰੀ ਕਮੇਟੀ ਅਤੇ ਯੂਨੀਅਨ ਪਾਵਰਸ ਕਮੇਟੀ। ਸੰਵਿਧਾਨ ਸਭਾ ਦਾ ਤੀਸਰਾ ਸਮਾਗਮ 2 ਅਪ੍ਰੈਲ ਤੋਂ 2 ਮਈ 1947 ਤੱਕ ਚੱਲਿਆ। ਇਸ ਸਮਾਗਮ ਦੌਰਾਨ ਜਿਹੜੀਆਂ ਪਿਛਲੇ ਸਮਾਗਮ ਦੇ ਵਿੱਚ ਕਮੇਟੀਆਂ ਬਣੀਆਂ ਸੀ ਉਹਨਾਂ ਨੇ ਆਪਣੀਆਂ ਰਿਪੋਰਟਾਂ ਪੇਸ਼ ਕੀਤੀਆਂ ਸੰਵਿਧਾਨ ਸਭਾ ਅੱਗੇ ਤੇ 2 ਨਵੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ। ਇਹਨਾਂ ਵਿੱਚੋਂ ਇੱਕ ਸੀ ਸੰਘੀ ਸੰਵਿਧਾਨ ਕਮੇਟੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਤੇ ਦੂਸਰੀ ਸੀ ਪ੍ਰਾਂਤਿਕ ਸੰਵਿਧਾਨ ਕਮੇਟੀ ਜਿਸ ਦੇ ਚੇਅਰਮੈਨ ਸਰਦਾਰ ਪਟੇਲ ਸਨ। ਇਹਨਾਂ ਕਮੇਟੀਆਂ ਨੇ ਸੰਘ ਸਰਕਾਰ ਅਤੇ ਪ੍ਰਾਂਤਿਕ ਸਰਕਾਰਾਂ ਸੰਬੰਧੀ ਕਿਸ ਤਰ੍ਹਾਂ ਦੀਆਂ ਹੋਣਗੀਆਂ ਨਵੇਂ ਸੰਵਿਧਾਨ ਦੇ ਅਧੀਨ ਇਸ ਸੰਬੰਧੀ ਆਪਣੀਆਂ ਸਿਫਾਰਸ਼ਾਂ ਸੰਵਿਧਾਨ ਸਭਾ ਅੱਗੇ ਰੱਖਣੀਆਂ ਸਨ। ਸੰਵਿਧਾਨ ਸਭਾ ਦਾ ਚੌਥਾ ਸਮਾਗਮ 14 ਜੁਲਾਈ ਤੋਂ 31 ਜੁਲਾਈ ਤੱਕ 1947 ਵਿੱਚ ਹੋਇਆ। ਇਸ ਸਮਾਗਮ ਦੌਰਾਨ ਐਡਵਾਈਜ਼ਰੀ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ ਕਿ ਨਾਗਰਿਕਾਂ ਦੇ ਮੌਲਿਕ ਅਧਿਕਾਰ ਕੀ ਹੋਣਗੇ ਅਤੇ ਘੱਟ ਗਿਣਤੀਆਂ ਨੂੰ ਕਿਹੜੀਆਂ ਸੁਰੱਖਿਆਵਾਂ ਪ੍ਰਦਾਨ ਕੀਤੀਆਂ ਜਾਣਗੀਆਂ। 22 ਜੁਲਾਈ 1947 ਨੂੰ ਸੰਵਿਧਾਨ ਸਭਾ ਨੇ ਤਿਰੰਗੇ ਨੂੰ ਦੇਸ਼ ਦੇ ਰਾਸ਼ਟਰੀ ਝੰਡੇ ਦੇ ਰੂਪ ਵਿੱਚ ਅਪਣਾ ਲਿਆ। ਪੰਜਵਾਂ ਸਮਾਗਮ 14 ਅਗਸਤ ਤੋਂ 30 ਅਗਸਤ ਤੱਕ 1947 ਵਿੱਚ ਹੋਇਆ। ਇਸ ਸਮਾਗਮ ਦੌਰਾਨ ਭਾਰਤੀ ਸੁਤੰਤਰਤਾ ਕਾਨੂੰਨ 1947 ਪਾਸ ਹੋ ਚੁੱਕਿਆ ਸੀ ਬਰਤਾਨਵੀ ਸੰਸਦ ਦੁਆਰਾ। ਇਸ ਲਈ ਸੰਵਿਧਾਨ ਸਭਾ ਇੱਕ ਪ੍ਰਭੂਸੱਤਾ ਸੰਪੰਨ ਸੰਸਥਾ ਬਣ ਗਈ ਸੀ। ਇਸ ਕਾਨੂੰਨ ਦੇ ਪਾਸ ਹੋਣ ਤੋਂ ਪਹਿਲਾਂ ਸੰਵਿਧਾਨ ਸਭਾ ਨੇ ਉਹਨਾਂ ਸ਼ਰਤਾਂ ਅਧੀਨ ਕੰਮ ਕਰਨਾ ਸੀ ਜਿਹੜੀਆਂ ਬਰਤਾਨਵੀ ਸਰਕਾਰ ਨੇ ਲਾਈਆਂ ਸੀ ਅਤੇ ਜਿਹੜੀਆਂ ਮੰਤਰੀ ਮੰਡਲ ਯੋਜਨਾ ਤਹਿਤ ਲਾਈਆਂ ਗਈਆਂ ਸੀ। ਪਰੰਤੂ ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਭਾਰਤ ਦੇ ਸੁਤੰਤਰ ਹੋ ਜਾਣ ਤੋਂ ਬਾਅਦ ਸੰਵਿਧਾਨ ਸਭਾ ਇੱਕ ਪ੍ਰਭੂਸੱਤਾ ਸੰਪੰਨ ਸੰਸਥਾ ਬਣ ਗਈ ਸੀ। ਭਾਰਤ ਲਈ ਕਿਸੇ ਵੀ ਤਰ੍ਹਾਂ ਦੇ ਸੰਵਿਧਾਨ ਦਾ ਨਿਰਮਾਣ ਕਰ ਸਕਦੀ ਸੀ। ਲਾਰਡ ਮਾਊਂਟਬੈਟਨ ਜਿਹੜੇ ਕਿ ਭਾਰਤ ਦੇ ਗਵਰਨਰ ਜਨਰਲ ਸਨ, ਉਹਨਾਂ ਨੂੰ 15 ਅਗਸਤ 1947 ਨੂੰ ਸੁਤੰਤਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਥਾਪਿਆ ਗਿਆ। ਇਸ ਸਮਾਗਮ ਦੌਰਾਨ ਖਰੜਾ ਕਮੇਟੀ ਜਾਂ ਡਰਾਫਟਿੰਗ ਕਮੇਟੀ ਦਾ ਗਠਨ 29 ਅਗਸਤ ਨੂੰ ਕੀਤਾ ਗਿਆ। ਇਸ ਕਮੇਟੀ ਦੇ 7 ਮੈਂਬਰ ਸਨ। ਇਸ ਕਮੇਟੀ ਨੇ ਆਪਣੀ ਮੀਟਿੰਗ ਵਿੱਚ ਡਾਕਟਰ BR ਅੰਬੇਦਕਰ ਨੂੰ ਆਪਣਾ ਚੇਅਰਪਰਸਨ ਚੁਣਿਆ। ਡਾਕਟਰ BR ਅੰਬੇਦਕਰ
ਦੀ ਅਗਵਾਈ ਵਿੱਚ ਇਸ ਕਮੇਟੀ ਨੇ ਇੱਕ ਖਰੜਾ ਤਿਆਰ ਕੀਤਾ, ਜਿਹੜਾ ਕਿ ਫਿਰ ਸੰਵਿਧਾਨ ਸਭਾ ਅੱਗੇ ਰੱਖਿਆ ਗਿਆ। ਸੰਵਿਧਾਨ ਸਭਾ ਦਾ 6ਵਾਂ ਸਮਾਗਮ ਸਿਰਫ ਇੱਕ ਦਿਨ ਲਈ ਚੱਲਿਆ। ਇਹ ਸਮਾਗਮ 27 ਜਨਵਰੀ 1948 ਨੂੰ ਹੋਇਆ, ਕਿਉਂਕਿ ਇਸ ਸਮੇਂ ਖਰੜਾ ਕਮੇਟੀ ਸੰਵਿਧਾਨ ਦਾ ਖਰੜਾ ਬਣਾਉਣ ਵਿੱਚ ਲੱਗੀ ਹੋਈ ਸੀ। ਇਸ ਸਮਾਗਮ ਵਿੱਚ ਫੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਦੇ ਉਹ ਮੰਤਰੀ ਜਿਹੜੇ ਕੇਂਦਰ ਸਰਕਾਰ ਵਿੱਚ ਤਾਂ ਮੰਤਰੀ ਨੇ ਪਰੰਤੂ ਸੰਵਿਧਾਨ ਸਭਾ ਦੇ ਮੈਂਬਰ ਨਹੀਂ ਹੈ, ਉਹਨਾਂ ਨੂੰ ਸੰਵਿਧਾਨ ਸਭਾ ਦੀ ਕਾਰਵਾਈ ਵਿੱਚ ਹਿੱਸਾ ਲੈਣ ਦਾ ਅਧਿਕਾਰ ਦਿੱਤਾ ਜਾਵੇ। ਉਹਨਾਂ ਨੂੰ ਇਹ ਅਧਿਕਾਰ ਦਿੱਤਾ ਗਿਆ, ਪਰੰਤੂ ਇਹ ਅਧਿਕਾਰ ਉਹਨਾਂ ਨੂੰ ਵੋਟ ਦੇ ਅਧਿਕਾਰ ਤੋਂ ਬਿਨਾਂ ਪ੍ਰਦਾਨ ਕੀਤਾ ਗਿਆ। ਉਧਰ ਖਰੜਾ ਕਮੇਟੀ ਨੇ ਸੰਵਿਧਾਨ ਦਾ ਖਰੜਾ ਵੀ ਮੁਕੰਮਲ ਕਰ ਲਿਆ ਸੀ। ਖਰੜਾ ਕਮੇਟੀ ਨੇ ਇਸ ਨੂੰ ਮੁਕੰਮਲ ਕਰਕੇ 21 ਫਰਵਰੀ 1948 ਨੂੰ ਸੰਵਿਧਾਨ ਸਭਾ ਨੂੰ ਸੌਂਪ ਦਿੱਤਾ। ਇਸ ਖਰੜੇ ਵਿੱਚ ਖਰੜਾ ਸੰਵਿਧਾਨ ਵਿੱਚ ਡਰਾਫਟ ਕਨਸਟੀਟਿਊਸ਼ਨ ਵਿੱਚ 315 ਧਾਰਾਵਾਂ ਸਨ ਅਤੇ 8 ਅਨੁਸੂਚੀਆਂ ਸਨ। ਫਿਰ ਦੇਸ਼ ਨੂੰ ਕੁਝ ਸਮਾਂ ਦਿੱਤਾ ਗਿਆ ਇਸ ਖਰੜੇ 'ਤੇ ਵਿਚਾਰ ਚਰਚਾ ਕਰਨ ਲਈ। ਇਹ ਵਿਚਾਰ ਚਰਚਾ ਵੱਖੋ ਵੱਖਰੇ ਮੰਚਾਂ 'ਤੇ ਹੋਈ, ਜਿਵੇਂ ਪ੍ਰਾਂਤਿਕ ਵਿਧਾਨ ਮੰਡਲਾਂ ਵਿੱਚ ਅਤੇ ਪ੍ਰੈਸ ਆਦਿ ਵਿੱਚ। ਜਦੋਂ ਲੋਕਾਂ ਦੇ ਸਾਹਮਣੇ ਇਹ ਖਰੜਾ ਆਇਆ ਕਿ ਸਾਡਾ ਸੰਵਿਧਾਨ ਕਿਸ ਤਰ੍ਹਾਂ ਦਾ ਬਣਨ ਜਾ ਰਿਹਾ ਹੈ, ਤਾਂ ਲੋਕਾਂ ਨੇ ਇਸ ਸੰਬੰਧੀ ਇੱਕ ਲੋਕ ਰਾਏ ਪੈਦਾ ਕੀਤੀ, ਜਿਸ ਤੋਂ ਸੇਧ ਲੈ ਕੇ ਅਸੈਂਬਲੀ ਨੇ ਇਸ ਖਰੜੇ 'ਤੇ ਵਿਚਾਰ ਚਰਚਾ ਅੱਗੇ ਸ਼ੁਰੂ ਕਰਨੀ ਸੀ। 7ਵੇਂ ਸਮਾਗਮ ਵਿੱਚ ਖਰੜਾ ਸੰਵਿਧਾਨ 'ਤੇ ਵਿਚਾਰ ਚਰਚਾ ਸ਼ੁਰੂ ਹੋਈ। ਇਹ ਸਮਾਗਮ 4 ਨਵੰਬਰ ਤੋਂ 1948 ਤੋਂ 8 ਜਨਵਰੀ 1949 ਤੱਕ ਚੱਲਿਆ। ਪਹਿਲੇ 5 ਦਿਨ ਨੇ ਜੋ ਉਹ ਮਸੌਦਾ ਸੰਵਿਧਾਨ ਜਾਂ ਖਰੜਾ ਸੰਵਿਧਾਨ ਦੇ ਸਧਾਰਨ ਸਿਧਾਂਤਾਂ 'ਤੇ ਚਰਚਾ ਲਈ ਰੱਖੇ ਗਏ। ਇਸ ਤੋਂ ਬਾਅਦ ਖਰੜਾ ਸੰਵਿਧਾਨ ਦੀ ਇੱਕ ਧਾਰਾ 'ਤੇ ਚਰਚਾ ਸ਼ੁਰੂ ਹੋਈ। ਹਰ ਧਾਰਾ ਨੂੰ ਅਸੈਂਬਲੀ ਦੇ ਅੱਗੇ ਰੱਖਿਆ ਜਾਂਦਾ ਸੀ। ਮੈਂਬਰ ਸੋਧਾਂ ਸੰਬੰਧੀ ਵੀ ਪ੍ਰਸਤਾਵ ਪੇਸ਼ ਕਰ ਸਕਦੇ ਸਨ, ਵਿਚਾਰ ਚਰਚਾ ਕਰ ਸਕਦੇ ਸਨ, ਆਪੋ ਆਪਣੇ ਵਿਚਾਰ ਦੇ ਸਕਦੇ ਸਨ। ਅਤੇ ਜਦੋਂ ਉਹ ਕੋਈ ਵੀ ਕਲਾਸ ਜਾਂ ਕੋਈ ਵੀ ਧਾਰਾ ਪਾਸ ਹੋ ਜਾਂਦੀ ਸੀ ਤਾਂ ਫਿਰ ਅਗਲੀ ਧਾਰਾ ਸ਼ੁਰੂ ਕੀਤੀ ਜਾਂਦੀ ਸੀ। ਇਸ ਤਰ੍ਹਾਂ ਧਾਰਾ ਵਾਈਜ਼ ਚਰਚਾ ਹੈ ਜੋ ਸਾਡੇ ਸੰਵਿਧਾਨ 'ਤੇ, ਉਹ 15 ਨਵੰਬਰ 1948 ਤੋਂ ਸ਼ੁਰੂ ਹੋਈ। ਜੋ ਇਕੱਲੀ ਧਾਰਾ 'ਤੇ ਚਰਚਾ ਸੀ, ਇਹ ਇੱਕ ਬਹੁਤ ਲੰਬੀ ਪ੍ਰਕਿਰਿਆ ਸੀ। ਇਸ ਲਈ 8ਵਾਂ ਸਮਾਗਮ ਜੋ 16 ਮਈ ਤੋਂ 16 ਜੂਨ 1949 ਵਿੱਚ ਹੋਇਆ, ਇਸ ਦੌਰਾਨ ਵੀ ਮਸੌਦਾ ਸੰਵਿਧਾਨ ਦੀ ਇਕੱਲੀ ਧਾਰਾ 'ਤੇ ਚਰਚਾ ਜਾਰੀ ਰਹੀ। ਇਸ ਸਮਾਗਮ ਦੇ ਦੌਰਾਨ ਇਸ ਇਕੱਲੀ ਧਾਰਾ 'ਤੇ ਚਰਚਾ ਕਰਨ ਤੋਂ ਬਿਨਾਂ ਭਾਰਤ ਦੀ ਰਾਸ਼ਟਰਮੰਡਲ ਦੀ ਮੈਂਬਰੀ ਨੂੰ ਜਾਰੀ ਰੱਖਣ ਦੀ ਪੁਸ਼ਟੀ ਵੀ ਸੰਵਿਧਾਨ ਸਭਾ ਦੁਆਰਾ ਕੀਤੀ ਗਈ। ਸੰਵਿਧਾਨ ਸਭਾ ਦਾ 9ਵਾਂ ਸਮਾਗਮ 30 ਜੁਲਾਈ ਤੋਂ 18 ਸਤੰਬਰ 1949 ਵਿੱਚ ਹੋਇਆ। ਇਸ ਸਮਾਗਮ ਦੌਰਾਨ ਵੀ ਸੰਵਿਧਾਨ ਦੀ ਇਕੱਲੀ ਧਾਰਾ 'ਤੇ ਚਰਚਾ ਜਾਰੀ ਰਹੀ ਅਤੇ ਇੱਕ ਹੋਰ ਮਹੱਤਵਪੂਰਨ ਫੈਸਲਾ ਜੋ ਇਸ ਸਮਾਗਮ ਦੌਰਾਨ ਹੋਇਆ, ਉਹ ਸੀ ਹਿੰਦੀ ਨੂੰ ਸੰਘ ਦੀ ਸਰਕਾਰੀ ਭਾਸ਼ਾ ਬਣਾਉਣ ਦਾ ਫੈਸਲਾ। ਕਿਉਂਕਿ ਭਾਸ਼ਾ ਦਾ ਕੁਐਸਚਨ ਸੰਵਿਧਾਨ ਸਭਾ ਅੱਗੇ ਬਹੁਤ ਵੱਡੀ ਚੁਣੌਤੀ ਸੀ। ਸ਼ਾਇਦ ਹੀ ਕੋਈ ਦਿਨ ਹੁੰਦਾ ਹੋਵੇਗਾ ਸੰਵਿਧਾਨ ਸਭਾ ਦਾ ਜਿਸ ਦਿਨ ਸੰਵਿਧਾਨ ਸਭਾ ਦਾ ਸੈਸ਼ਨ ਹੋਇਆ ਹੋਵੇ ਤੇ ਭਾਸ਼ਾ ਸੰਬੰਧੀ ਕੋਈ ਨੁਕਤਾ ਨਾ ਉਠਾਇਆ ਗਿਆ ਹੋਵੇ। ਬਹੁਤਾ ਜਿਹੜਾ ਕੰਪੀਟੀਸ਼ਨ ਸੀ ਉਹ ਹਿੰਦੀ ਅਤੇ ਹਿੰਦੁਸਤਾਨੀ ਭਾਸ਼ਾਵਾਂ ਦੇ ਵਿੱਚ ਸੀ। ਕੁਝ ਪਾਰਟੀਆਂ ਸੀ ਜਾਂ ਕੁਝ ਲੋਕ ਮੈਂਬਰ ਸੀ ਜਿਹੜੇ ਉਹ ਹਿੰਦੀ ਦੇ ਪੱਖ ਵਿੱਚ ਸਨ। ਦੂਜੇ ਪਾਸੇ ਕੁਝ ਲੋਕ ਨੇ ਜਿਹੜੇ ਉਹ ਹਿੰਦੁਸਤਾਨੀ ਭਾਸ਼ਾ ਨੂੰ ਭਾਰਤ ਦੀ ਸਰਕਾਰੀ ਭਾਸ਼ਾ ਬਣਾਉਣ ਦੇ ਹੱਕ ਵਿੱਚ ਸਨ। ਇਸ ਸਮਾਗਮ ਦੌਰਾਨ ਇਸ ਨੁਕਤੇ ਦਾ ਫੈਸਲਾ ਕੀਤਾ ਗਿਆ ਕਿ ਹਿੰਦੀ ਸੰਘ ਦੀ ਸਰਕਾਰੀ ਭਾਸ਼ਾ ਹੋਵੇਗੀ। 10ਵਾਂ ਸਮਾਗਮ 6 ਅਕਤੂਬਰ ਤੋਂ 17 ਅਕਤੂਬਰ 1949 ਨੂੰ ਹੋਇਆ। ਇਸ ਸਮਾਗਮ ਦੌਰਾਨ ਜੋ ਇਕੱਲੀ ਧਾਰਾ 'ਤੇ ਚਰਚਾ ਚੱਲ ਰਹੀ ਸੀ ਉਸ ਨੂੰ ਪੂਰਾ ਕੀਤਾ ਗਿਆ। ਇਸ ਦੇ ਕੰਪਲੀਟ ਹੋ ਜਾਣ ਤੋਂ ਬਾਅਦ ਜਿਹੜੀਆਂ ਸੋਧਾਂ ਅਸੈਂਬਲੀ ਨੇ ਪ੍ਰਵਾਨ ਕੀਤੀਆਂ ਸਨ, ਉਹਨਾਂ ਸੋਧਾਂ ਸਮੇਤ ਡਰਾਫਟ ਅਤੇ ਉਹ ਸੋਧਾਂ ਨੇ ਜਿਹੜੀਆਂ ਉਹ ਮਸੌਦਾ ਕਮੇਟੀ ਨੂੰ ਵਾਪਸ ਕੀਤੇ ਗਏ ਅਤੇ ਉਸ ਦੀ ਜ਼ਿੰਮੇਵਾਰੀ ਲਾਈ ਗਈ ਕਿ ਇਹਨਾਂ ਸੋਧਾਂ ਦੇ ਅਨੁਸਾਰ ਨਵਾਂ ਖਰੜਾ ਤਿਆਰ ਕੀਤਾ ਜਾਵੇ। ਜੋ ਨਵਾਂ ਖਰੜਾ ਤਿਆਰ ਕੀਤਾ ਡਰਾਫਟਿੰਗ ਕਮੇਟੀ ਨੇ, ਉਸ ਵਿੱਚ 395 ਧਾਰਾਵਾਂ ਅਤੇ 8 ਅਨੁਸੂਚੀਆਂ ਸਨ। ਜਿਹੜਾ ਪਹਿਲੇ ਵਾਰੀ ਖਰੜਾ ਤਿਆਰ ਕੀਤਾ ਗਿਆ ਸੀ ਉਸ ਵਿੱਚ 315 ਧਾਰਾਵਾਂ ਅਤੇ 8 ਅਨੁਸੂਚੀਆਂ ਸਨ। ਸੰਵਿਧਾਨ ਸਭਾ ਦਾ 11ਵਾਂ ਸਮਾਗਮ 14 ਨਵੰਬਰ ਤੋਂ 26 ਨਵੰਬਰ 1949 ਤੱਕ ਚੱਲਿਆ। ਇਸ ਸਮਾਗਮ ਵਿੱਚ ਜੋ ਨਵਾਂ ਡਰਾਫਟ ਤਿਆਰ ਕੀਤਾ ਸੀ ਡਰਾਫਟਿੰਗ ਕਮੇਟੀ ਨੇ, ਉਸ ਨੂੰ ਸੰਵਿਧਾਨ ਸਭਾ ਅੱਗੇ ਪੇਸ਼ ਕੀਤਾ ਗਿਆ। ਮਸੌਦਾ ਕਮੇਟੀ ਅਤੇ ਹੋਰਨਾਂ ਮੈਂਬਰਾਂ ਨੇ ਇਸ ਵਿੱਚ ਕੁਝ ਸੋਧ ਪ੍ਰਸਤਾਵ ਵੀ ਰੱਖੇ ਅਤੇ ਇਹਨਾਂ ਸੋਧ ਪ੍ਰਸਤਾਵਾਂ 'ਤੇ ਪਹਿਲੇ 3 ਦਿਨ ਗੱਲਬਾਤ, ਵਿਚਾਰ ਚਰਚਾ ਅਤੇ ਵੋਟਿੰਗ ਹੋਈ। ਇਸ ਤੋਂ ਬਾਅਦ 17 ਨਵੰਬਰ 1949 ਨੂੰ ਡਾਕਟਰ BR ਅੰਬੇਦਕਰ ਨੇ ਸਮੁੱਚੇ ਸੰਵਿਧਾਨ ਨੂੰ ਪਾਸ ਕਰਨ ਦਾ ਮਤਾ
ਅਸੈਂਬਲੀ ਅੱਗੇ ਰੱਖਿਆ। ਇਸ ਮਤੇ ਤੇ ਕਈ ਦਿਨ ਬਹਿਸ ਹੋਈ, ਕਈ ਦਿਨ ਚਰਚਾ ਹੋਈ ਅਤੇ 26 ਨਵੰਬਰ ਨੂੰ ਇਸ ਵਿਸ਼ੇ ਤੇ ਵੋਟਿੰਗ ਕਰਵਾਈ ਗਈ। ਵੋਟਿੰਗ ਹੋਣ ਤੋਂ ਬਾਅਦ ਸਮੁੱਚਾ ਸੰਵਿਧਾਨ ਸੀ ਜਿਹੜਾ ਸੰਵਿਧਾਨ ਸਭਾ ਦੁਆਰਾ ਪਾਸ ਕਰ ਦਿੱਤਾ ਗਿਆ। ਪਾਸ ਕੀਤੇ ਜਾਣ ਤੋਂ ਬਾਅਦ ਸੰਵਿਧਾਨ ਦੀਆਂ ਕੁਝ ਧਾਰਾਵਾਂ ਨੇ ਜਿਹੜੀਆਂ ਉਸੇ ਦਿਨ ਹੀ ਲਾਗੂ ਹੋ ਗਈਆਂ, ਜਿਵੇਂ ਨਾਗਰਿਕਤਾ ਨਾਲ ਸੰਬੰਧਿਤ ਧਾਰਾਵਾਂ ਅਤੇ ਚੋਣ ਕਮਿਸ਼ਨ ਨਾਲ ਸੰਬੰਧਿਤ ਧਾਰਾਵਾਂ। ਕੁਝ ਆਰਜੀ ਧਾਰਾਵਾਂ ਸੀ ਜਿਹੜੀਆਂ ਇਸ ਸਮੇਂ ਸੰਵਿਧਾਨ ਵਿੱਚ ਨਹੀਂ ਹਨ, ਇਹਨਾਂ ਨੂੰ ਉਸੇ ਦਿਨ ਤੋਂ ਹੀ ਲਾਗੂ ਕਰ ਦਿੱਤਾ ਗਿਆ। ਸੰਵਿਧਾਨ ਸਭਾ ਦਾ 12ਵਾਂ ਸਮਾਗਮ ਸਿਰਫ ਇੱਕ ਦਿਨ ਲਈ ਹੋਇਆ, 24 ਜਨਵਰੀ 1950 ਨੂੰ, ਕਿਉਂਕਿ ਸੰਵਿਧਾਨ ਨੂੰ ਬਣਾਉਣ ਦੀ ਪ੍ਰਕਿਰਿਆ ਪਹਿਲਾਂ ਹੀ ਪੂਰੀ ਹੋ ਚੁੱਕੀ ਸੀ। ਸਿਰਫ ਰਸਮੀ ਕਾਰਵਾਈਆਂ ਕੁਝ ਰਹਿੰਦੀਆਂ ਸੀ, ਉਹ ਕਾਰਵਾਈਆਂ ਇਸ ਦਿਨ ਕੰਪਲੀਟ ਕੀਤੀਆਂ ਗਈਆਂ। ਸੰਵਿਧਾਨ ਦੀਆਂ 3 ਕਾਪੀਆਂ, ਜਿਨ੍ਹਾਂ ਦੇ ਵਿੱਚ ਅੰਗਰੇਜ਼ੀ ਦੀ ਹੱਥ ਲਿਖਤ ਕਾਪੀ ਅਤੇ ਇੱਕ ਪ੍ਰਿੰਟ ਕਾਪੀ ਅਤੇ ਇੱਕ ਹਿੰਦੀ ਦੀ ਹੱਥ ਲਿਖਤ ਕਾਪੀ ਸੀ, ਇਹਨਾਂ 3 ਕਾਪੀਆਂ ਨੂੰ ਮੈਂਬਰਾਂ ਦੇ ਹਸਤਾਖਰਾਂ ਲਈ ਰੱਖਿਆ ਗਿਆ। ਇਸੇ ਦਿਨ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਭਾਰਤੀ ਗਣਰਾਜ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ। 26 ਜਨਵਰੀ 1950 ਨੂੰ ਪੂਰਾ ਸੰਵਿਧਾਨ ਦੇਸ਼ ਵਿੱਚ ਲਾਗੂ ਹੋ ਗਿਆ। ਇਸ ਤਰ੍ਹਾਂ ਭਾਰਤ ਇੱਕ ਪ੍ਰਭੂ ਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ। ਇਸ ਪੂਰੇ ਪ੍ਰੋਸੈਸ ਦਾ ਸੰਖੇਪ ਸਾਰ ਅਸੀਂ ਕੁਝ ਸ਼ਬਦਾਂ ਤੱਕ ਸਮੇਟ ਸਕਦੇ ਹਾਂ, ਕਿਉਂਕਿ ਮੁੱਖ ਮੁੱਦਿਆਂ ਤੇ ਸਹਿਮਤੀ ਹੈ ਜੋ ਉਹ ਪਹਿਲੇ ਤੋਂ 5ਵੇਂ ਸਮਾਗਮ ਤੱਕ ਕਾਇਮ ਕੀਤੀ ਗਈ ਕਿ ਕਿਸ ਤਰ੍ਹਾਂ ਦੀ ਸੰਘ ਸਰਕਾਰ ਹੋਵੇਗੀ, ਕਿਸ ਤਰ੍ਹਾਂ ਦੀਆਂ ਰਾਜ ਸਰਕਾਰਾਂ ਹੋਣਗੀਆਂ, ਮੌਲਿਕ ਅਧਿਕਾਰ ਕੀ ਹੋਣਗੇ, ਘੱਟ ਗਿਣਤੀਆਂ ਲਈ ਕੀ ਸੁਰੱਖਿਆਵਾਂ ਹੋਣਗੀਆਂ। ਇਹ ਜਿਹੜੀ ਸਹਿਮਤੀ ਹੈ ਉਹ ਪਹਿਲੇ 5 ਸਮਾਗਮਾਂ ਦੌਰਾਨ ਕੀਤੀ ਗਈ। ਇਸ ਤੋਂ ਬਾਅਦ ਇਸ ਸਹਿਮਤੀ ਦੇ ਆਧਾਰ ਤੇ ਖਰੜਾ ਤਿਆਰ ਕਰਨ ਦਾ ਕੰਮ ਕੀਤਾ ਗਿਆ। ਖਰੜਾ ਕਮੇਟੀ ਬਣਾਈ ਗਈ 29 ਅਗਸਤ 1947 ਨੂੰ, ਜਿਹਨੇ ਅਗਸਤ 1947 ਤੋਂ ਲੈ ਕੇ ਅਗਸਤ, ਸਤੰਬਰ, ਅਕਤੂਬਰ, ਨਵੰਬਰ 6 ਮਹੀਨੇ ਕੰਮ ਕੀਤਾ ਅਤੇ 21 ਫਰਵਰੀ 1948 ਨੂੰ ਸੰਵਿਧਾਨ ਦਾ ਪਹਿਲਾ ਖਰੜਾ ਫਸਟ ਡਰਾਫਟ ਤਿਆਰ ਕਰਕੇ ਸੰਵਿਧਾਨ ਸਭਾ ਅੱਗੇ ਸੌਂਪ ਦਿੱਤਾ। ਇਸ ਤੋਂ ਬਾਅਦ ਖਰੜਾ ਸੰਵਿਧਾਨ ਤੇ ਲੋਕ ਰਾਏ ਲਈ ਗਈ। ਫਰਵਰੀ 1948 ਤੋਂ ਲੈ ਕੇ ਨਵੰਬਰ 1948 ਤੱਕ ਸੰਵਿਧਾਨ ਸਭਾ ਨੇ ਇਸ ਨੂੰ ਪਾਸ ਨਹੀਂ ਕੀਤਾ, ਸਗੋਂ ਵੱਖ-ਵੱਖ ਪਲੇਟਫਾਰਮਾਂ ਤੇ ਮੌਕਾ ਦਿੱਤਾ ਗਿਆ ਲੋਕਾਂ ਨੂੰ ਕਿ ਇਸ ਸੰਵਿਧਾਨ ਤੇ ਚਰਚਾ ਕਰਨ। ਨਵੰਬਰ 1948 ਵਿੱਚ ਖਰੜਾ ਸੰਵਿਧਾਨ ਤੇ ਧਾਰਾਵਾਰ ਚਰਚਾ ਸ਼ੁਰੂ ਹੋਈ। ਕੱਲੀ ਧਾਰਾ ਤੇ ਚਰਚਾ ਹੋਈ। ਇਹ ਚਰਚਾ ਹੈ ਜੋ 7ਵੇਂ ਤੋਂ 10ਵੇਂ ਸਮਾਗਮ ਤੱਕ ਚੱਲਦੀ ਰਹੀ। ਇਸ ਤੋਂ ਬਾਅਦ ਇਸ ਨੂੰ ਸੈਕੰਡ ਰੀਡਿੰਗ ਕਾਨੂੰਨ ਦੀ ਭਾਸ਼ਾ ਦੇ ਵਿੱਚ ਕਿਹਾ ਜਾ ਸਕਦਾ ਹੈ। ਇਸ ਤੋਂ ਬਾਅਦ ਸੈਕੰਡ ਰੀਡਿੰਗ ਦੇ ਵਿੱਚ ਜਿਹੜੀਆਂ ਸੋਧਾਂ ਪ੍ਰਵਾਨ ਕੀਤੀਆਂ ਸੀ ਅਸੈਂਬਲੀ ਨੇ, ਉਹਨਾਂ ਸੋਧਾਂ ਨੂੰ ਵਿੱਚ ਇਨਕੋਰਪੋਰੇਟ ਕਰਕੇ ਨਵਾਂ ਸੋਧਿਆ ਹੋਇਆ ਖਰੜਾ ਸੀ ਜਿਹੜਾ ਉਹ ਤਿਆਰ ਕੀਤਾ ਡਰਾਫਟਿੰਗ ਕਮੇਟੀ ਨੇ। ਫਿਰ ਇਸ ਖਰੜੇ ਨੂੰ ਨਵੰਬਰ 1949 ਵਿੱਚ ਸੰਵਿਧਾਨ ਸਭਾ ਅੱਗੇ ਪੇਸ਼ ਕੀਤਾ ਗਿਆ ਅਤੇ 26 ਨਵੰਬਰ 1949 ਨੂੰ ਕੰਪਲੀਟ ਸੰਵਿਧਾਨ ਹੈ ਜੋ ਸਾਡਾ, ਉਹ ਸਾਡੀ ਸੰਵਿਧਾਨ ਸਭਾ ਨੇ ਪ੍ਰਵਾਨ ਕਰ ਲਿਆ। ਕੁਝ ਧਾਰਾਵਾਂ ਨੇ ਸੰਵਿਧਾਨ ਦੀਆਂ ਜਿਹੜੀਆਂ ਉਸੇ ਹੀ ਦਿਨ ਤੋਂ ਲਾਗੂ ਹੋ ਗਈਆਂ ਤੇ ਬਾਕੀ ਦਾ ਸੰਵਿਧਾਨ ਹੈ ਜੋ 26 ਜਨਵਰੀ 1950 ਨੂੰ ਲਾਗੂ ਹੋਇਆ। ਥੈਂਕਸ ਫॉर ਵਾਚਿੰਗ ਐਂਡ ਗੁੱਡ ਲੱਕ।